परम सन्मानयोग सतसंगी जनों, सारिਆਂ ਨੂੰ गुरु बख्शी फतेह प्रवान होवे जी। वाहिगुरु जी का खालसा, वाहिगुरु जी की फतेह। सतसंगी जनों, किताबां च रुचि रखण वाला शायद ही कोई पंजाबी होऊ जिन्हें महान कोश ना वेख्या होवे। ये पंथ रतन भाई साहब भाई कान सिंह नाभा जी की महान रचना है, जो 6 फरवरी 1926 ਨੂੰ लिखत रूप च पूरा होया। इस महान कोश ਨੂੰ लिखण बारे किवें ख्याल बनिया, किवें छपिया, भाई साहब भाई कान सिंह जी दे अपने लिखे शब्द आप जी सरवण करो। संमत 1955 1898 ईस्वी दे विच पंडित तारा सिंह नरोत्तम दा गुर गिरार्थ कोश ते संमत 1957 भाव 1900 ईस्वी च भाई हजारा सिंह दा श्री गुरु ग्रंथ कोश पढ़ के मेरे मन च संकल्प फुरिया कि इन्हां कोशां दे विच जो शब्द श्री गुरु ग्रंथ साहिब जी दे नहीं आए वो शामिल करके अखर ते मात्रा कर्म अनुसार शब्द जोड़ के एक उत्तम ते बड़ा कोश लिखिया जावे, जिस तो ज़्यादा लाभ होवेगा। इस इच्छा की पूर्ति लई मैं विचार दे नाल श्री गुरु ग्रंथ साहिब जी का पाठ आरंभिया, जिस की समाप्ति 5 सालां च होई। आखो सतनाम श्री वाहिगुरू। श्री गुरु ग्रंथ साहिब जी का सहज पाठ आरंभिया, उहदी समाप्ति 5 सालां दे विच होई सी। कहंदे फिर जदों मैं शब्दां नूं कर्म अनुसार जोड़न लगा तां मन च ख्याल आया कि सिख ਸਾਹਿਤ ਦਾ भी कोई अजिहा कोश होना चाहिए है जिस विच सारे सिख मत संबंधी ग्रंथां दे सर्व प्रकार के शब्दां दा योग रीत नाल निर्णय कीता होवे। संमत 1963 1906 ईस्वी च भाई साहब कहंदे मैं 10वें ग्रंथ का पाठ शुरू किया। फिर भाई गुरदास जी की बाणी, भाई नंद लाल जी की रचना सर्वलोह, गुरसोभा, भाई मणि सिंह जी दियां साखियां, गुर महिमा प्रकाश, गुर बिलास, गुर नानक प्रकाश, गुर प्रताप सूर्या, पंथ प्रकाश आदि अनेकां ग्रंथां का अध्ययन किया ते शब्द नोट किए। समय समय पर श्रोमणी विद्वानां दे नाल सम्मत मेल के अनेकां शब्दां दे यथार्थ अर्थ अते भाव लभण विच सफलता प्राप्त की। 28 वैसाख 10 मई 1912 ईस्वी नूं भाई साहब कहंदे मैं रियासत की अहलकारी छड्ड के गर्मियां कट्टण कश्मीर चला गया। उत्थे 29 मई नूं अरदासा सोध के गुर शब्द रत्नाकर महान कोश लिखना आरंभिया।
ਜੋ 25 ਮਾਘ 6 ਫਰਵਰੀ 1926 ਨੂੰ ਸੰਪੂਰਨ ਹੋਇਆ। ਗ੍ਰੰਥ ਤਿਆਰ ਹੋਣ ਤੇ ਛਾਪਣ ਦੀ ਚਿੰਤਾ ਹੋਈ, ਕਿਉਂਕਿ ਮਹਾਰਾਜਾ ਬਰਜਿੰਦਰ ਸਿੰਘ ਫਰੀਦਕੋਟ ਵਾਲੇ, ਜਿਨ੍ਹਾਂ ਨੇ ਛਪਾਉਣ ਦਾ ਵਚਨ ਦਿੱਤਾ ਸੀ, ਉਹ ਪ੍ਰਲੋਕ ਸੁਧਾਰ ਗਏ ਸਨ। ਫਿਰ ਮਹਾਰਾਜਾ ਰਿਪੁਦਮਨ ਸਿੰਘ ਨੇ ਚੋਖੀ ਰਕਮ ਮਨਜ਼ੂਰ ਕੀਤੀ ਸੀ, ਪਰ ਉਹ ਰਾਜ ਤਿਆਗ ਕੇ ਨਾਭੇ ਤੋਂ ਚਲੇ ਗਏ। ਵਿਰਾਸਤ ਪ੍ਰਬੰਧਕਾਂ ਨੇ ਖਜ਼ਾਨੇ ਮਸਤਾਨੇ ਦੱਸ ਕੇ ਛਪਾਉਣ ਤੋਂ ਨਾ ਕਰ ਦਿੱਤੀ ਸੀ। ਫਿਰ ਕੁਝ ਸੱਜਣਾਂ ਦੇ ਨਾਲ ਸਲਾਹ ਕਰਕੇ ਇਹ ਵਿਚਾਰ ਬਣੀ ਕਿ 500 ਗਾਹਕ ਬਣਾਏ ਜਾਣ। ਉਹਨਾਂ ਤੋਂ ਅੱਧੀ ਪੇਸ਼ਗੀ ਪਹਿਲਾਂ ਲੈ ਕੇ ਕੋਸ਼ ਪ੍ਰੈਸ ਦੇ ਵਿੱਚ ਭੇਜਿਆ ਜਾਵੇ। ਇਸ ਦੇ ਲਈ 1000 ਕਾਪੀ ਨਮੂਨੇ ਦੇ ਰੂਪ ਵਿੱਚ ਛਾਪ ਕੇ ਵੰਡੀ ਗਈ। ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ, ਪਰ 9 ਮਹੀਨਿਆਂ ਦੇ ਬਾਅਦ ਕੇਵਲ 200 ਕਾਪੀਆਂ ਦੇ ਹੀ ਗਾਹਕ ਮਿਲੇ। ਫਿਰ ਮੈਂ ਨਿਰਾਸ਼ ਹੋ ਕੇ ਮਹਾਰਾਜ ਗਾਨ ਦੀ ਸੇਵਾ ਵਿੱਚ ਦਰਖਾਸਤ ਭੇਜ ਕੇ ਇਹ ਕਿਹਾ ਕਿ ਆਪ ਜੀ 300 ਕਾਪੀਆਂ ਖਰੀਦ ਕੇ ਇਸ ਲਾਭਕਾਰੀ ਕਾਰਜ ਵਿੱਚ ਮੇਰੀ ਸਹਾਇਤਾ ਕਰੋ। ਫਿਰ ਭਾਈ ਸਾਹਿਬ ਕਹਿੰਦੇ, ਇਸ ਉੱਪਰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਨੇ ਮੈਨੂੰ ਸੱਦ ਕੇ 1 ਅਕਤੂਬਰ 1927 ਈਸਵੀ ਨੂੰ ਹੁਕਮ ਫਰਮਾਇਆ। ਆਖਿਆ ਕਿ ਇਹ ਗ੍ਰੰਥ ਦਰਬਾਰ ਪਟਿਆਲਾ ਦੇ ਖਰਚ ਤੇ ਛਾਪਿਆ ਜਾਵੇਗਾ। ਜਿਨ੍ਹਾਂ ਦੇ ਕੋਲੋਂ ਤੁਸੀਂ ਪੇਸ਼ਗੀ ਰਕਮ ਲਈ ਹੈ, ਉਹਨਾਂ ਨੂੰ ਵਾਪਸ ਮੋੜ ਦਿਓ। ਤਾਂ ਭਾਈ ਸਾਹਿਬ ਕਹਿੰਦੇ, ਮੈਂ ਧੰਨਵਾਦ ਸਾਹਿਤ ਸਾਰੇ ਸੱਜਣਾਂ ਨੂੰ ਰਕਮ ਮੋੜ ਦਿੱਤੀ। ਫਿਰ ਸੁਦਰਸ਼ਨ ਪ੍ਰੈਸ ਅੰਮ੍ਰਿਤਸਰ ਵਿੱਚ 26 ਅਕਤੂਬਰ 1927 ਈਸਵੀ ਤੋਂ ਗ੍ਰੰਥ ਛਪਣਾ ਸ਼ੁਰੂ ਹੋਇਆ, ਜੋ 13 ਅਪ੍ਰੈਲ 1 ਵਿਸਾਖ 1930 ਈਸਵੀ ਨੂੰ ਸਮਾਪਤ ਹੋਇਆ। ਇਸ ਗ੍ਰੰਥ ਨੂੰ ਸ਼ੁਰੂ ਤੋਂ ਲੈ ਕੇ ਸ਼ਬਦਾਂ ਦਾ ਸੰਗ੍ਰਹਿ ਕਰਨ, ਲਿਖਣ, ਪ੍ਰੂਫਾਂ ਨੂੰ ਸੋਧਣ 'ਚ ਕਹਿੰਦੇ ਮੇਰੇ 28 ਸਾਲ ਖਰਚ ਹੋ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਹੁਤ ਵੱਡੀ ਘਾਲਣਾ ਭਾਈ ਸਾਹਿਬ ਦੀ। 28 ਸਾਲ, ਪੂਰੇ 28 ਸਾਲ ਲੱਗ ਗਏ ਇਸ ਗ੍ਰੰਥ 'ਚ ਸ਼ਬਦਾਂ ਦੇ ਧਾਤੂ, ਇਤਿਹਾਸ, ਸਾਇੰਸ, ਬਨਸਪਤੀ, ਦਵਾਈਆਂ, ਧਰਮਾਂ, ਸੰਗੀਤ, ਪਹੇਲੀਆਂ, ਗ੍ਰੰਥਕਾਰਾਂ ਦੇ ਗ੍ਰੰਥਾਂ ਦੇ ਨਾਮ ਵੀ ਯੋਗ ਰੀਤੀ ਨਾਲ ਦਿੱਤੇ ਨੇ। ਭਾਈ ਕਾਹਨ ਸਿੰਘ ਜੀ ਨਾਭਾ ਦੀ ਮਿਹਨਤ, ਲਗਨ, ਵਿਦਵਤਾ ਨੂੰ ਵਾਰ-ਵਾਰ ਨਮਸਕਾਰ, ਪ੍ਰਣਾਮ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੋਈਆਂ ਭੁੱਲਾਂ ਦੀ ਮਾਫੀ। ਜੇ ਵਿਚਾਰ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ, ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ। ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।